गुड इवनिंग जी साਰਿਆਂ ਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਵੇਂ ਹੋ ਜੀ ਸਾਰੇ? ਮੈਂ ਉਮੀਦ ਕਰਦੀ ਹਾਂ ਕਿ ਸਾਰੇ ਬਹੁਤ ਵਧੀਆ ਹੋਣਗੇ, ਪੋਜ਼ਿਟਿਵ ਹੋਣਗੇ ਤੇ ਆਪਣੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋਣਗੇ। ਠੀਕ ਹੈ। ਸੋ ਅੱਜ ਆਪਾਂ CDP ਮੌਕ ਟੈਸਟ ਪਾਰਟ 2 ਕਲਾਸ 2 ਲੈ ਕੇ ਆਏ ਹਾਂ। ਠੀਕ ਹੈ, ਜਿਹਦੇ ਵਿੱਚ ਆਪਾਂ ਡੇਲੀ ਦੇ ਵਾਂਗ 15 ਕੁਐਸਚਨ ਡਿਸਕਸ ਕਰਨੇ ਆ। ਠੀਕ ਹੈ, ये जो सीरीज़ है ये चलेगी। ठीक है, एनटीटी वास्ते एनटीटी की ऑलरेडी 32 आई थिंक 31 वीडियोज़ जो है अपलोड हो चुकी हैं। वो थ्योरीज़ भी है, वो ਜਿਹੜੇ ਥਿਊਰੀਜ਼ ਹੈ ਉਹ ਸੁਪਰਵਾਈਜ਼ਰ ਪੋਸਟ ਲਈ ਵੀ ਉਨੀਆਂ ਹੀ ਬੈਨੀਫੀਸ਼ੀਅਲ ਰਹਿਣਗੀਆਂ। ਤਾਂ ਤੁਸੀਂ ਇਹ ਨਾ ਸੋਚੋ ਕਿ ਸੁਪਰਵਾਈਜ਼ਰ ਵਾਸਤੇ ਇਹ ਨਾ ਪੜ੍ਹੀਏ ਇਹ ਪੜ੍ਹੀਏ, ਕਿਉਂਕਿ ਸਾਰੀ ਚਾਈਲਡ ਡਿਵੈਲਪਮੈਂਟ ਹੀ ਸਿਲੇਬਸ ਦੇ ਵਿੱਚ ਮੈਂਸ਼ਨ ਹੈ। ਅਗਰ ਤੁਸੀਂ ਸੁਪਰਵਾਈਜ਼ਰ ਵਾਲਾ ਸਿਲੇਬਸ ਹਲੇ ਤੱਕ ਨਹੀਂ ਚੈੱਕਆਊਟ ਕੀਤਾ ਤਾਂ ਸਾਡੇ ਗਰੁੱਪ ਦੇ ਵਿੱਚ ਜੁਆਇਨ ਹੋ ਜਾਓ, WhatsApp ਗਰੁੱਪ ਦੇ ਵਿੱਚ। ਠੀਕ ਹੈ, ਟੈਲੀਗ੍ਰਾਮ ਦੇ ਵਿੱਚ ਵੀ ਜੁਆਇਨ ਹੋ ਸਕਦੇ ਹੋ ਤੇ ਮਤਲਬ ਸਬਸਕ੍ਰਾਈਬ ਕਰ ਸਕਦੇ ਹੋ, ਲਾਈਕ ਸ਼ੇਅਰ ਜ਼ਰੂਰ ਕਰ ਸਕਦੇ ਹੋ ਜੀ। ਠੀਕ ਹੈ, ਤੇ WhatsApp ਗਰੁੱਪ ਦੇ ਵਿੱਚ ਮਤਲਬ ਉਹਦੇ ਵਿੱਚ ਅਸੀਂ ਸ਼ੇਅਰ ਕੀਤਾ ਸੈਂਡ ਕੀਤਾ ਹੋਇਆ ਤੁਹਾਨੂੰ ਜੋ PDF ਹੈ, ਜਿਹਦੇ ਵਿੱਚ ਸੁਪਰਵਾਈਜ਼ਰ ਦਾ ਸਿਲੇਬਸ ਦੱਸਿਆ ਹੋਇਆ, ਜਿਹਦੇ ਵਿੱਚ 20 ਮਾਰਕਸ ਦੀ CDP ਹੈ। ਤੇ ਉਹ CDP ਜਿਹੜੀ ਹੈ ਉਹ ਸਿਮਿਲਰ ਹੈ ਬਿਲਕੁਲ NTT ਦੇ। ਤਾਂ ਇਹ ਵਾਲੀ ਮੌਕ ਟੈਸਟ NTT ਵਾਲੇ ਜਿਨ੍ਹਾਂ ਨੇ ਉਹ ਵੀਡੀਓ ਦੇਖੀ ਹੋਈ ਹੈ, ਮਤਲਬ ਉਹ ਸਾਰੇ ਕਲਾਸਿਸ ਲਗਾਈਆਂ ਪ੍ਰੋਪਰ, ਤਾਂ ਫਿਰ ਉਹ ਵਾਲੇ ਜਿਹੜੇ ਹੈ ਉਹ ਰਿਵੀਜ਼ਨ ਟੈਸਟ ਦੇ ਤੌਰ 'ਤੇ ਇਸ ਕੁਐਸਚਨਸ ਨੂੰ ਸੋਲਵ ਕਰਨਗੇ। ਕਿਉਂਕਿ ਪੜ੍ਹਾਈ ਕਦੇ ਵੀ ਖਤਮ ਨਾ ਹੋਵੇ, ਮਤਲਬ ਰੁਕੇ ਨਾ ਵਿੱਚ, ਨਹੀਂ ਤਾਂ ਤੁਹਾਡੀ ਲਰਨਿੰਗ ਦੇ ਵਿੱਚ ਪਲੈਟਿਊ ਆ ਜਾਏਗਾ, ਮਤਲਬ ਪਠਾਰ ਆ ਜਾਏਗਾ। ਫਿਰ ਤੁਸੀਂ ਅੱਗੇ ਵੀ ਨਹੀਂ ਸਿੱਖ ਪਾਓਗੇ ਅਤੇ ਪਿੱਛੇ ਵੀ ਨਹੀਂ ਜਾ ਪਾਓਗੇ। ਪਿੱਛੇ ਤਾਂ ਆਪਾਂ ਜਾਣਾ ਹੀ ਕਿਉਂ ਹੈ, ਤਾਂ ਅੱਗੇ ਵਧਣਾ। ਇਸ ਕਰਕੇ ਡੇਲੀ ਪ੍ਰੈਕਟਿਸ ਹੁੰਦੀ ਰਹੇ, ਉਹਦੇ ਲਈ ਆਪਾਂ ਇਹ ਸੀਰੀਜ਼ ਲੈ ਕੇ ਆਏ ਹਾਂ। ਅਤੇ ਆਂਗਨਵਾੜੀ ਸੁਪਰਵਾਈਜ਼ਰ ਵਾਸਤੇ ਐਲੀਜੀਬਿਲਿਟੀ बहुत लोग पूछ रहे थे, एलिजिबिलिटी की है मैम दस दो। एलिजिबिलिटी बेसिकली ये है कि जो ग्रैजुएशन है BA BSc BCom कुछ भी है, ठीक है, ग्रैजुएशन है थोड़े कोल, वो तुसी आंगनवाड़ी सुपरवाइजर की पोस्ट फिल कर सकते हो। ठीक है, अगर थोड़े कोल ग्रैजुएशन नहीं है, ठीक है, तो 10th +2 है, तुसी आंगनवाड़ी दी होर वैकेंसीज भी आईयां हुई 44 आई थिंक सो 4000 ਦੇ ਪਲੱਸ ਜਿਹੜੀਆਂ ਹੈ ਵੈਕੈਂਸੀ ਆਈ ਥਿੰਕ ਆਂਗਨਵਾੜੀ ਦੇ ਵਿੱਚ ਆਈਆਂ ਹੋਈਆਂ। ਸੁਪਰਵਾਈਜ਼ਰ ਦੀਆਂ 112 ਪੋਸਟ ਹੈ, ਉਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਠੀਕ ਹੈ, ਸੁਪਰਵਾਈਜ਼ਰ ਦਾ ਕੰਮ ਥੋੜ੍ਹਾ ਵਧੀਆ ਲੈਵਲ ਦਾ ਹੁੰਦਾ। ਠੀਕ ਹੈ, ਸੁਪਰਵਾਈਜ਼ਰ ਦਾ ਕੰਮ ਵਧੀਆ ਲੈਵਲ ਦਾ ਹੁੰਦਾ, ਤਾਂ ਉਹਦੇ ਲਈ ਤੁਸੀਂ ਤਿਆਰੀ ਸ਼ੁਰੂ ਕਰ ਦਿਓ। ਰੀਜ਼ਨਿੰਗ ਹੈ, GK ਹੈ, ਜਨਰਲ ਅਵੇਅਰਨੈਸ, ਪੰਜਾਬ ਸਟੇਟ ਬਾਰੇ ਹੈ ਸਾਰੇ, ਮਤਲਬ ਸਿੱਖ ਗੁਰੂਆਂ ਬਾਰੇ ਸਾਰਾ ਕੁਝ, ਅਤੇ ਆਪਣਾ ਲੈਂਗੁਏਜ ਤਾਂ ਆਉਂਦੀ ਹੈ। ਠੀਕ ਹੈ, ਸ਼ੁਰੂ ਕਰਦੇ ਹਾਂ ਜੀ ਅੱਜ ਦੇ ਆਪਣੇ ਕੁਐਸਚਨਸ। ਅਤੇ ਇਹ ਬੈਨੀਫੀਸ਼ੀਅਲ ਹੈ NTT ਵਾਸਤੇ, ਸੁਪਰਵਾਈਜ਼ਰ ਦੀ ਪੋਸਟ ਵਾਸਤੇ, ਅਤੇ PSTET ਵਾਸਤੇ ਵੀ ਇਹ ਬੈਨੀਫੀਸ਼ੀਅਲ ਹੈ। ਜੋ ਆਪਾਂ NTT ਦੇ ਟੌਪਿਕਸ ਕਰਵਾ ਚੁੱਕੇ ਹਾਂ ਨਾ, ਜਿਵੇਂ ਕਿ ਵੈਕਸੀਨੇਸ਼ਨ ਹੋ ਗਿਆ, ਵਾਧਾ ਅਤੇ ਵਿਕਾਸ ਹੋ ਗਿਆ, ਕਲਾਸ 1 ਤੋਂ ਲੈ ਕੇ 31 ਆਈ ਥਿੰਕ 32 31 ਕਲਾਸਿਸ ਜਿਹੜੀਆਂ ਹੈ ਉਹ ਹੋ ਚੁੱਕੀਆਂ। ਉਹ ਸਾਰੀਆਂ ਸੁਪਰਵਾਈਜ਼ਰ ਪੋਸਟ ਲਈ ਉਨੀਆਂ ਹੀ ਬੈਨੀਫੀਸ਼ੀਅਲ ਹੈ, ਅਤੇ ਤੁਸੀਂ ਸਾਰੇ ਉਹਨੂੰ ਦੇਖ ਸਕਦੇ ਹੋ, ਸੁਪਰਵਾਈਜ਼ਰ ਵਾਲੇ ਵੀ। ਅਤੇ NTT ਵਾਲੇ ਜਿਨ੍ਹਾਂ ਨੇ ਨਹੀਂ ਦੇਖੀ ਉਹ ਦੇਖ ਲੈਣ। ਠੀਕ ਹੈ, ਸਭ ਤੋਂ ਪਹਿਲਾ ਕੁਐਸਚਨ ਹੈ, ਮੁੱਢਲੀ ਬਾਲ ਅਵਸਥਾ ਸਮੇਂ ਜੇ ਪੜ੍ਹਾਈ ਸ਼ੁਰੂ ਕਰਵਾਉਣੀ ਹੋਵੇ ਤਾਂ ਕਿਤਾਬਾਂ ਕਿਹੋ ਜਿਹੀਆਂ ਹੋਣ। ਮਤਲਬ ਮੁੱਢਲੀ ਬਾਲ ਅਵਸਥਾ, ਦੇਖੋ ਬਾਲ ਅਵਸਥਾ 2 ਤਰੀਕੇ ਦੀ ਹੁੰਦੀ ਹੈ। ਜਿਹੜੀ ਬਾਲ ਅਵਸਥਾ ਹੁੰਦੀ ਹੈ ਟੋਟਲ ਉਹਦਾ ਟਾਈਮ ਹੁੰਦਾ 3 ਤੋਂ 12 ਸਾਲ ਦਾ। ਜਿਹੜੇ 2 ਪਾਰਟਸ ਦੇ ਵਿੱਚ ਵੰਡੇ ਜਾਂਦੇ ਆ, ਮੁੱਢਲੀ ਬਾਲ ਅਵਸਥਾ, ਲੇਟਰ ਚਾਈਲਡਹੁੱਡ ਮੀਨਸ ਪਿਛਲੀ ਬਾਲ ਅਵਸਥਾ। ਮੁੱਢਲੀ ਬਾਲ ਅਵਸਥਾ ਹੁੰਦੀ ਹੈ 3 ਤੋਂ 6 ਸਾਲ ਅਤੇ ਪਿਛਲੀ ਹੁੰਦੀ ਹੈ 6 ਤੋਂ 12 ਸਾਲ। ਕਲੀਅਰ? ਨਾਲ ਤੁਸੀਂ ਨੋਟਸ ਬਣਾ ਲਓ। ਮੈਂ ਤੁਹਾਨੂੰ ਪਿਛਲੀ ਕਲਾਸ ਦੇ ਵਿੱਚ ਵੀ ਇਹੀ ਕਿਹਾ ਸੀ, ਕਲਾਸ ਨੰਬਰ 1, ਜੇ ਅਗਰ ਤੁਸੀਂ ਉਹ ਨਹੀਂ ਦੇਖੀ ਤਾਂ ਜ਼ਰੂਰ ਦੇਖਿਓ। ਠੀਕ ਹੈ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਡੇ ਨੰਬਰ ਕਿੰਨੇ ਬਣੇ। ਠੀਕ ਹੈ ਜੀ, ਅਤੇ ਉਹ ਵਾਲੀ ਵੀਡੀਓ ਨਹੀਂ ਦੇਖੀ ਤਾਂ ਉਹ ਦੇਖੋ। ਠੀਕ ਹੈ, ਮੇਨ ਪੁਆਇੰਟਸ ਤੁਹਾਨੂੰ ਦੱਸੇ ਜਾਂਦੇ ਆ, ਤੁਸੀਂ ਨੋਟਸ ਬਣਾਓ। ਠੀਕ ਹੈ, ਜਿਹੜੇ CDP 'ਚ ਵੀਕ ਆ, ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਕੋਈ ਇੰਨਾ ਸੌਖਾ ਸੈਕਸ਼ਨ ਨਹੀਂ ਲੱਗਦਾ। ਠੀਕ ਹੈ, ਜਿਹੜੇ ਵੀਕ ਹੈ ਉਹ ਰੋਜ਼ ਦੀ ਰੋਜ਼ ਪ੍ਰੈਕਟਿਸ ਕਰੋ, ਭਾਵੇਂ ਵੀਡੀਓਜ਼ ਦੇਖੋ, ਭਾਵੇਂ ਬੁੱਕ ਲੈ ਕੇ ਪ੍ਰੈਕਟਿਸ ਕਰੋ, ਪਰ ਪ੍ਰੈਕਟਿਸ ਜ਼ਰੂਰ ਕਰੋ। ਠੀਕ ਹੈ, ਕਿਉਂਕਿ ਇਹ ਨਹੀਂ ਹੈ ਕਿ ਅਗਰ ਤੁਸੀਂ 20 ਦੇ ਵਿੱਚੋਂ 15+ ਲੈ ਕੇ ਜਾਓ। ਠੀਕ ਹੈ, ਚਾਈਲਡ ਡਿਵੈਲਪਮੈਂਟ ਦੇ ਵਿੱਚ 20 'ਚੋਂ ਤੁਸੀਂ 15+ ਜ਼ਰੂਰ ਲੈ ਕੇ ਜਾਓ। ਮੁੱਢਲੀ ਬਾਲ ਅਵਸਥਾ 3 ਤੋਂ 6 ਸਾਲ ਜੇਕਰ ਤੁਸੀਂ ਪੜ੍ਹਾਈ ਸ਼ੁਰੂ ਕਰਵਾਉਣੀ ਹੈ ਤਾਂ ਕਿਤਾਬਾਂ ਦੇ ਵਿੱਚ ਬਰੀਕ ਅੱਖਰਾਂ ਵਾਲੇ ਮਤਲਬ ਕਿਤਾਬਾਂ ਬਰੀਕ ਅੱਖਰਾਂ ਵਾਲੀਆਂ ਹੋਣ, ਜਮਾਂ ਨਿੱਕੇ ਅੱਖਰ ਲਿਖੇ ਹੋਣ, ਤੁਹਾਨੂੰ ਕੁਝ ਦਿਖੇ ਵੀ ਨਾ, ਨਹੀਂ। ਮੋਟੇ ਅੱਖਰਾਂ ਵਾਲੀਆਂ, ਬਰੀਕ ਅਤੇ ਮੋਟੇ ਅੱਖਰ ਵਾਲੀਆਂ ਨਹੀਂ, ਸਿਰਫ ਮੋਟੇ ਅੱਖਰ ਵਾਲੀਆਂ ਜਿਹੜੀਆਂ ਹੈ ਆਪਣੇ ਕੋਲ ਕਿਤਾਬਾਂ ਹੋਣੀਆਂ ਚਾਹੀਦੀਆਂ, ਤਾਂ ਕਿ ਜਿਹੜੇ ਬੱਚੇ ਦੇ ਸ਼ੁਰੂਆਤੀ ਟਾਈਮ ਦੇ ਵਿੱਚ ਹੀ ਉਹਦੀਆਂ ਅੱਖਾਂ ਨਾ ਖਰਾਬ ਹੋ ਜਾਣ। ਠੀਕ ਹੈ, ਸ਼ੁਰੂਆਤੀ ਟਾਈਮ ਹੀ ਹੈ ਬੱਚੇ ਦਾ ਪੜ੍ਹਨ ਲਈ, ਸ਼ੁਰੂਆਤੀ ਟਾਈਮ ਹੀ ਤਾਂ ਹੈ। ਠੀਕ ਹੈ,
ਨਰਸਰੀ ਕੇਜੀ ਦੇ ਵਿੱਚ ਵੀ ਤਾਂ ਬੱਚਾ ਹੋਏਗਾ, ਤੇ ਉਹਦੇ ਵਿੱਚ ਬੱਚਾ ਮੋਟੇ ਅੱਖਰਾਂ ਵਾਲੀ ਅਗਰ ਦੇਖੇਗਾ, ਮਤਲਬ ਏ ਵੱਡੀ ਦੇਖੇਗਾ, ਅਗਰ ਬੀ ਵੱਡੀ ਦੇਖੇਗਾ ਤਾਂ ਉਹਨੂੰ ਨਿਗਾਹ ਜ਼ਿਆਦਾ ਨਹੀਂ ਲਗਾਉਣੀ ਪਏਗੀ। ਠੀਕ ਹੈ, ਹੁਣ ਤਾਂ ਵੈਸੇ ਹੀ ਛੋਟੇ ਬੱਚਿਆਂ ਕੋਲ ਫੋਨ ਪਹਿਲਾਂ ਹੀ ਫੜਾ ਦਿੱਤੇ ਜਾਂਦੇ, ਜਿਹਦੇ ਨਾਲ ਉਹਨਾਂ ਦੀ ਨਿਗਾਹ 'ਤੇ ਜਿਹੜਾ ਹੈ ਬੜਾ ਗਲਤ ਅਸਰ ਪੈਂਦਾ ਹੈ। ਠੀਕ ਹੈ, ਸੋ ਇਹ ਸੀ ਆਪਣਾ ਫਸਟ ਕੁਐਸਚਨ। ਨੈਕਸਟ ਚੱਲਦੇ ਹਾਂ ਜੀ ਸੈਕਿੰਡ ਕੁਐਸਚਨ 'ਤੇ। ਮੋਸਟ ਇੰਪੋਰਟੈਂਟ ਕੁਐਸਚਨ ਰਹਿਣ ਵਾਲੇ ਹੈ ਜੀ, ਤੇ ਆਪਣੇ ਮਾਰਕਸ ਜ਼ਰੂਰ ਕਮੈਂਟ ਕਰਕੇ ਦੱਸਣਾ। ਕੋਈ ਵੀ ਡਾਊਟ ਹੈ, ਕੋਈ ਕੁਐਸਚਨ ਨਹੀਂ ਪਤਾ ਲੱਗਿਆ ਤਾਂ ਤੁਸੀਂ ਜ਼ਰੂਰ ਜਿਹੜਾ ਹੈ ਪੁੱਛ ਸਕਦੇ ਹੋ। ਕੱਲ੍ਹ ਇੱਕ ਕੁਐਸਚਨ ਮੇਰੇ ਕੋਲ ਆਇਆ ਸੀਗਾ ਕਮੈਂਟ ਦੇ ਵਿੱਚ ਕਿ ਮੈਮ ਉਹਦਾ ਸਮਾਜਿਕ ਤੇ ਭਾਵਨਾਤਮਕ ਵਿਕਾਸ ਕਿਉਂ ਨਹੀਂ ਹੋ ਸਕਦਾ। ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦੀ ਹਾਂ ਕਿਉਂ ਨਹੀਂ ਹੋ ਸਕਦਾ। ਕਿਉਂਕਿ ਬੇਸਿਕਲੀ ਦੇਖੋ ਕਿ ਉਹ ਸੀ ਕੁਐਸਚਨ ਕਿ ਇੱਕ ਬੱਚਾ, ਦੂਜਾ ਰੋ ਰਿਹਾ ਬੱਚਾ, ਠੀਕ ਹੈ, ਉਹਨੂੰ ਆਪਣਾ ਖਿਡੌਣਾ ਦੇ ਦਿੰਦਾ, ਠੀਕ ਹੈ, ਉਹਨੂੰ ਆਪਣਾ ਖਿਡੌਣਾ ਦੇ ਦਿੰਦਾ, ਉਹ ਆਪ ਦੀ ਪਰਵਾਹ ਨਹੀਂ ਕਰਦਾ। ਠੀਕ ਹੈ ਨਾ, ਤੇ ਇਹ ਕਹਿੰਦੇ ਵੀ ਇਹਦੇ ਵਿੱਚ ਕਿਸ ਤਰ੍ਹਾਂ ਦੇ ਵਿਕਾਸ ਦੀ ਗੱਲ ਕੀਤੀ ਗਈ ਹੈ। ਤਾਂ ਇਹ ਬੱਚਾ ਆਪਣਾ ਖਿਡੌਣਾ ਦੇ ਦਿੰਦਾ ਦੂਸਰੇ ਰੋਂਦੇ ਹੋਏ ਬੱਚੇ ਨੂੰ, ਜਸਟ ਬਿਕੋਜ਼ ਕਿ ਉਹ ਰੋ ਰਿਹਾ ਹੈ, ਤਾਂ ਮਤਲਬ ਉਹਨੂੰ ਕੋਈ ਵੀ ਖੁਸ਼ੀ ਨਹੀਂ ਹੈ, ਮਤਲਬ ਉਹ ਰੋਈ ਜਾਂਦਾ ਬੱਚਾ, ਤਾਂ ਫਿਰ ਉਹਨੂੰ ਕੀ ਕਰੇਗਾ, ਉਹ ਆਪਣਾ ਖਿਡੌਣਾ ਦੇ ਦੇਗਾ। ਤਾਂ ਇਹ ਹੈ ਇਮੋਸ਼ਨਲ ਡਿਵੈਲਪਮੈਂਟ, ਇਸ ਬੱਚੇ ਦਾ ਇਮੋਸ਼ਨਲੀ ਡਿਵੈਲਪਡ ਜਿਹੜਾ ਹੈ ਮਨ ਹੈ, ਮਤਲਬ ਇਮੋਸ਼ਨਲੀ ਡਿਵੈਲਪਡ ਬੱਚਾ ਹੈਗਾ। ਠੀਕ ਹੈ, ਇਮੋਸ਼ਨਲੀ ਸਟੇਬਲ ਕਹਿ ਸਕਦੇ ਹਾਂ ਇਹਨੂੰ, ਭਾਵਨਾਤਮਕ ਤੌਰ 'ਤੇ। ਸਮਾਜਿਕ ਵਿਕਾਸ ਨਹੀਂ ਹੋ ਸਕਦਾ ਇਹਦਾ ਆਨਸਰ। ਠੀਕ ਹੈ, ਸਮਾਜ ਦੇ ਵਿੱਚ ਇੱਕ ਤੋਂ ਜ਼ਿਆਦਾ ਪਰਸਨਸ ਦੀ ਗੱਲ ਕੀਤੀ ਜਾਂਦੀ ਹੈ, ਔਰ ਨਾਲੇ ਓਫੀਸ਼ੀਅਲ ਆਨਸਰ ਕੀ ਦੇ ਵਿੱਚ ਭਾਵਨਾਤਮਕ ਵਿਕਾਸ ਹੈ, ਤਾਂ ਆਪਾਂ ਉਹਦੇ ਨਾਲ ਹੀ ਚੱਲਾਂਗੇ। ਠੀਕ ਹੈ ਜੀ, ਹੁਣ ਮਿਲਾਨ ਕਰਨਾ ਆਪਾਂ, ਬਹੁਤ ਇੰਪੋਰਟੈਂਟ ਕਮਿਸ਼ਨਸ ਹੈ, ਇਹਨਾਂ ਨੂੰ ਤੁਸੀਂ ਲਿਖਣਾ ਹੈ। ਇਹ ਹੰਟਰ ਕਮਿਸ਼ਨ ਕਦੋਂ ਆਇਆ, ਵੁੱਡ ਡਿਸਪੈਚ ਕਦੋਂ ਆਇਆ, ਵਰਦਾ ਸਿੱਖਿਆ ਕਾਨਫਰੰਸ ਕਦੋਂ ਆਈ। ਠੀਕ ਹੈ, ਇਹ ਤੁਸੀਂ ਲਿਖਣਾ ਨਾਲ। ਇਸੇ ਕਰਕੇ ਮੈਂ ਕੁਐਸਚਨ ਲੈ ਕੇ ਆਈ ਹਾਂ, ਜੋ ਕਿ ਇਹ ਬਣਦਾ ਹਿਸਟਰੀ ਐਂਡ ਫਿਲੋਸਫੀ ਆਫ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਤੋਂ। ਠੀਕ ਹੈ, ਆਪਾਂ ਇਹਨਾਂ ਨੂੰ ਮਿਲਾਣਾ ਹੈ। ਹੰਟਰ ਕਮਿਸ਼ਨ, ਮੈਕਾਲੇ ਰਿਪੋਰਟ, ਵੁੱਡ ਡਿਸਪੈਚ, ਵਾਰਦਾ ਸਿੱਖਿਆ ਕਾਨਫਰੰਸ, ਸਰਜਨ ਰਿਪੋਰਟ। ਸਭ ਤੋਂ ਪਹਿਲਾਂ ਵੁੱਡ ਡਿਸਪੈਚ ਸਭ ਨੇ ਯਾਦ ਰੱਖਣਾ ਹੈ। ਜਿਹੜਾ ਵੁੱਡ ਡਿਸਪੈਚ ਹੈ ਉਹ 1854 ਦੇ ਵਿੱਚ ਆਇਆ ਸੀ। ਇਹ ਵੀ ਇੱਕ ਸਿੱਖਿਆ ਨੀਤੀ ਸੀ। ਤੇ ਵੁੱਡ ਡਿਸਪੈਚ 1854 ਮਤਲਬ 3rd ਦਾ 4th, ਇਹਦੇ ਵਿੱਚ 3rd ਦਾ 4th ਹੈ। ਠੀਕ ਹੈ, ਇੱਕ ਬਸ ਦੇਖ ਲਿਆ ਕਰੋ, ਬਾਕੀ ਤੁਸੀਂ ਮਤਲਬ ਅਗਰ ਤੁਹਾਨੂੰ ਇੱਕ ਵੀ ਪਤਾ ਹੈ ਨਾ ਇਹਦੇ ਵਿੱਚੋਂ, ਤਾਂ ਤੁਸੀਂ ਸਹੀ ਆਪਸ਼ਨ ਤੱਕ ਜਾ ਸਕਦੇ ਹੋ। ਵੁੱਡ ਡਿਸਪੈਚ ਹੁਣ ਤੁਹਾਨੂੰ ਪਤਾ ਲੱਗਾ 1854, ਤਾਂ ਮਤਲਬ ਫਸਟ ਆਪਸ਼ਨ ਹੀ ਸਹੀ ਹੋਏਗਾ, ਕਿਉਂਕਿ 3rd ਦਾ 4th ਹੀ 1854। ਠੀਕ ਹੈ, ਤੁਹਾਨੂੰ ਪਤਾ ਕੋਠਾਰੀ ਕਮਿਸ਼ਨ 1864 ਤੋਂ 66 ਦੇ ਵਿੱਚ ਰਿਹਾ ਸੀ 2 ਸਾਲ ਕੋਠਾਰੀ ਕਮਿਸ਼ਨ। ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ 3 ਲੈਂਗੁਏਜ ਫਾਰਮੂਲਾ ਵੀ ਕੋਠਾਰੀ ਕਮਿਸ਼ਨ ਨੇ ਦਿੱਤਾ ਸੀ। ਹੰਟਰ ਕਮਿਸ਼ਨ 1882 ਦੇ ਵਿੱਚ, ਮੈਕਾਲੇ ਰਿਪੋਰਟ 1835 ਦੇ ਵਿੱਚ। ਠੀਕ ਹੈ, ਸਾਰੀ ਆਜ਼ਾਦੀ ਤੋਂ ਪਹਿਲਾਂ ਵਾਲੇ ਆ। ਵੁੱਡ ਡਿਸਪੈਚ 1854 ਤੇ 4th ਵਰਦਾ ਸਿੱਖਿਆ ਕਮਿਸ਼ਨ 1937, ਸਰਜਨ ਰਿਪੋਰਟ 1944। ਠੀਕ ਹੈ, ਇਹ ਹੈ ਸਾਰਾ। ਸੋ ਆ ਊੜਾ ਇਹਦਾ ਸਹੀ ਆਪਸ਼ਨ ਹੈਗਾ। ਠੀਕ ਹੈ, ਫਸਟ ਦਾ ਸੈਕਿੰਡ ਹੰਟਰ ਕਮਿਸ਼ਨ 1882, ਮੈਕਾਲੇ ਰਿਪੋਰਟ 1835, ਵੁੱਡ ਡਿਸਪੈਚ 1854, ਵਰਦਾ ਸਿੱਖਿਆ ਕਮਿਸ਼ਨ 1937 ਜੋ ਕਿ ਗਾਂਧੀ ਜੀ ਦੁਆਰਾ ਸੀ, ਸਰਜਨ ਰਿਪੋਰਟ ਜੋ ਕਿ 1944 ਦੇ ਵਿੱਚ। ਸਮਝ ਆ ਗਈ? ਸੋ ਫਸਟ ਇਜ਼ ਦਾ ਰਾਈਟ ਆਪਸ਼ਨ। ਠੀਕ ਹੈ, ਕੋਈ ਡਾਊਟ ਹੋਇਆ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ। ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਡਾ ਕਮੈਂਟ ਜਿਹੜਾ ਹੈ ਲੈ ਲਾਂਗੇ, ਤੇ ਤੁਹਾਡਾ ਡਾਊਟ ਜਿਹੜਾ ਹੈ ਨੈਕਸਟ ਵੀਡੀਓ ਦੇ ਵਿੱਚ ਵੀ, ਕੋਈ ਵੀ ਤੁਹਾਡਾ ਡਾਊਟ ਹੈ ਤਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰ ਲਾਂਗੇ। ਕੋਠਾਰੀ ਕਮਿਸ਼ਨ ਦੇ ਚੇਅਰਮੈਨ, ਕੋਠਾਰੀ ਕਮਿਸ਼ਨ ਬਿਠਾਇਆ ਗਿਆ ਸੀ ਬੇਸਿਕਲੀ, ਉਹਦੇ ਵਿੱਚ ਵਿਦੇਸ਼ੀ ਲੋਕ ਵੀ ਸੀ ਤੇ ਕੁਝ ਭਾਰਤ ਦੇ ਲੋਕ ਵੀ ਸੀ। ਤਾਂ ਉਹ ਚੇਅਰਮੈਨ ਕੌਣ ਸੀ? ਡਾਕਟਰ ਰਾਧਾ ਕ੍ਰਿਸ਼ਨਨ, ਆਪਣੇ ਜੋ ਜਿਨ੍ਹਾਂ ਦੇ ਬਰਥਡੇ 'ਤੇ ਆਪਾਂ ਜਿਹੜਾ ਹੈ 5 ਸਤੰਬਰ ਨੂੰ ਟੀਚਰਸ ਡੇ ਮਨਾਉਂਦੇ ਹਾਂ। ਸ਼੍ਰੀ ਲਕਸ਼ਮਣ ਸਵਾਮੀ, ਡਾਕਟਰ ਦੌਲਤ ਸਿੰਘ ਕੋਠਾਰੀ, ਕੋਈ ਨਹੀਂ ਹੋ ਸਕਦਾ। ਤੇ ਇਹਦਾ ਨਾਮ ਜੋ ਹੈ ਜੀ ਡਾਕਟਰ ਦੌਲਤ ਸਿੰਘ ਕੋਠਾਰੀ। ਕੋਠਾਰੀ ਕਮਿਸ਼ਨ ਬੇਸਿਕਲੀ ਕਦੋਂ ਆਇਆ ਸੀ? ਤੁਹਾਨੂੰ ਪਤਾ ਕਦੋਂ ਆਇਆ ਸੀ ਜੀ ਕੋਠਾਰੀ ਕਮਿਸ਼ਨ? ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਣਾ। ਮੈਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਕੋਠਾਰੀ ਕਮਿਸ਼ਨ ਕਦੋਂ ਆਇਆ ਸੀ, ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ। ਯੂਨੀਵਰਸਿਟੀ ਸਿੱਖਿਆ ਕਮਿਸ਼ਨ ਦੇ ਚੇਅਰਮੈਨ, ਹੁਣ ਯੂਨੀਵਰਸਿਟੀ ਸਿੱਖਿਆ ਕਮਿਸ਼ਨ ਦੇ ਚੇਅਰਮੈਨ ਕੌਣ ਸੀ ਜੀ? ਫੈਕਚੁਅਲ ਕੁਐਸਚਨ ਹੈ। ਭਾਰਤ ਦੇ ਦੂਜੇ ਰਾਸ਼ਟਰਪਤੀ ਬਣੇ ਸੀ ਜਿਹੜੇ ਡਾਕਟਰ ਐਸ ਰਾਧਾ ਕ੍ਰਿਸ਼ਨਨ। ਯੂਨੀਵਰਸਿਟੀ ਸਿੱਖਿਆ ਕਮਿਸ਼ਨ ਦੇ ਚੇਅਰਮੈਨ ਭਾਰਤ ਦੇ ਦੂਜੇ ਰਾਸ਼ਟਰਪਤੀ ਡਾਕਟਰ ਐਸ ਰਾਧਾ ਕ੍ਰਿਸ਼ਨਨ। ਕੋਠਾਰੀ ਕਮਿਸ਼ਨ ਦੇ ਚੇਅਰਮੈਨ ਡਾਕਟਰ ਦੌਲਤ ਸਿੰਘ ਕੋਠਾਰੀ। ਤੇ ਆਪਣਾ ਨਾਲ ਤੁਸੀਂ ਲਿਖਣਾ ਕੋਠਾਰੀ ਕਮਿਸ਼ਨ ਕਦੋਂ ਲਾਗੂ ਜਿਹੜਾ ਹੈ ਕਦੋਂ ਆਇਆ ਸੀ। ਠੀਕ ਹੈ, ਕੋਠਾਰੀ ਕਮਿਸ਼ਨ ਦਾ ਦੂਜਾ ਨਾਮ ਕੀ ਹੈ? ਮੈਂ ਫਿਰ ਵੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਾਂਗੀ, ਪਰ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਿਓ ਵੀ ਕੋਠਾਰੀ ਕਮਿਸ਼ਨ ਕਦੋਂ ਆਇਆ ਸੀ।
कोठारी कमीशन ਨੂੰ ਦੂਜਾ ਹੋਰ ਕਿਵੇਂ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ? ਭਾਰਤੀ ਸਿੱਖਿਆ ਕਮਿਸ਼ਨ, ਨਵੀਂ ਸਿੱਖਿਆ ਨੀਤੀ, ਪਹਿਲੀ ਸਿੱਖਿਆ ਨੀਤੀ, ਉਪਰੋਕਤ ਸਾਰੇ ਠੀਕ ਨਹੀਂ। ਨਾ ਹੀ ਇਹ ਨਵੀਂ ਸਿੱਖਿਆ ਨੀਤੀ ਸੀ, ਨਾ ਹੀ ਇਹ ਪਹਿਲੀ ਸਿੱਖਿਆ ਨੀਤੀ ਸੀ, ਇਹ ਸੀ ਭਾਰਤੀ ਸਿੱਖਿਆ ਕਮਿਸ਼ਨ। ਠੀਕ ਹੈ, ਭਾਰਤੀ ਸਿੱਖਿਆ ਕਮਿਸ਼ਨ ਕੋਠਾਰੀ ਕਮਿਸ਼ਨ ਦਾ ਦੂਸਰਾ ਨਾਮ ਹੈ। अपना 21वां क्वेश्चन है जी, चौथा। 5th क्वेश्चन, कोठारी कमीशन ने अपनी रिपोर्ट कदों ते किन्ने सफ़ियां विच पेश की? बेसिकली हुण मैं तुहानूं दस ही देना, कोठारी कमीशन बैठा सी जी 1964 तो 1966 दे विच। कमीशन बनाया सी डॉक्टर दौलत सिंह कोठारी ने, कमीशन सी। ठीक है, इन्होंने 3 लैंग्वेज फॉर्मूला दस्से से, इन्होंने काफ़ी मतलब एजुकेशन बारे गल की सी ते 1964 ਦੇ ਵਿੱਚ ਤੇ ਬਣਿਆ ਸੀ। ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਰਿਪੋਰਟ ਜਿਹੜੀ ਹੈ ਉਹ ਜਿਹੜਾ ਲਾਸਟ ਤੇ ਪੇਸ਼ ਹੁੰਦੀ ਹੈ, ਮਤਲਬ 1966 ਦੇ ਵਿੱਚ ਪੇਸ਼ ਹੋਈ ਤੇ ਸਫ਼ੇ ਸੀ 1200। ਰਿਪੋਰਟ 1200 ਸਫ਼ਿਆਂ ਦੇ ਵਿੱਚ ਸੀ ਤੇ 1966 ਦੇ ਵਿੱਚ ਪੇਸ਼ ਹੋਈ ਸੀ। 1964 ਦੇ ਵਿੱਚ ਤਾਂ ਉਹ ਹਜੇ ਬਣਿਆ ਹੀ ਸੀ। ਠੀਕ ਹੈ, ਅੱਗੇ ਦੇਖੋ ਜੀ 6th ਕੁਐਸਚਨ, ਬਹੁਤ ਇੰਪੋਰਟੈਂਟ CDP ਦੇ ਕੁਐਸਚਨਸ ਹੈ। CDP ਦੇ ਵਿੱਚ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਵੀ ਹੈ। ਠੀਕ ਹੈ, ਇਸੇ ਸੈਕਸ਼ਨ ਦੇ ਵਿੱਚ ਮਤਲਬ ਸੁਪਰਵਾਈਜ਼ਰ ਦਾ ਸਿਲੇਬਸ ਅਗਰ ਤੁਸੀਂ ਦੇਖੋ, ਵੈਕਸੀਨੇਸ਼ਨ ਟੌਪਿਕ ਵੀ ਹੈ, ਨਿਊਟ੍ਰੀਸ਼ਨ ਵਗੈਰਾ ਸਾਰਾ ਕੁਝ ਉਹਦੇ ਵਿੱਚ ਹੈਗਾ ਜੋ ਐਨਟੀਟੀ ਨਾਲ ਰਿਲੇਟਡ ਹੈ, ਤੇ ਤੁਸੀਂ ਉਹ ਕਲਾਸਿਸ ਵੀ ਜ਼ਰੂਰ ਦੇਖੋ। MLL ਦਾ ਕੀ ਅਰਥ ਹੈ? MLL ਦੀ ਬੇਸਿਕਲੀ ਫੁੱਲ ਫਾਰਮ ਪੁੱਛੀ ਆ ਤਾਂ ਉਹ ਹੈ ਜੀ ਮਿਨੀਮਮ ਲੈਵਲਸ ਆਫ ਲਰਨਿੰਗ। ਮਿਨੀਮਮ ਲੈਵਲਸ ਆਫ ਲਰਨਿੰਗ, ਮਿਲੇਨੀਅਮ ਜਾਂ ਮਿਨੀਮਮ ਇਹੋ ਜਿਹਾ ਨਹੀਂ ਹੁੰਦਾ। ਮਿਨੀਮਮ ਮਤਲਬ ਸਭ ਤੋਂ ਛੋਟਾ ਲੈਵਲ ਆਫ ਲਰਨਿੰਗ। ਠੀਕ ਹੈ, ਅੱਗੇ ਚੱਲਦੇ ਹਾਂ ਜੀ 7th क्वेश्चन, SOI, जिन्होंने इंटैलीजेंस वाला मेरा जो चैप्टर करवाया है पूरा का पूरा विद डिटेल्ड एक्सप्लेनेशन वो देखिया है, वो तो बिल्कुल एक झटके दे विच आंसर दे सकता है भी SOI की फुल फॉर्म। SOI की फुल फॉर्म की है जी? स्ट्रक्चर ऑफ इंटैलेक्ट। पर जो पहली बार जुड़े हुए हैं वो भी देख लैन। ठीक है, क्योंकि उस चैप्टर के सारे इंटैलीजेंस बारे दस्या होया जो कि CDP का एक पार्ट है। स्ट्रक्चर ऑफ इंटैलेक्ट ते इहनूं दिता किने सी? SOI क्यूबिकल मॉडल है जिन्हों दिता सी JP गिलफर्ड ने। जिन्हों किने दिता सी जी? JP गिलफर्ड ने। गार्डनर बेसिकली कौन सी? हॉवर्ड गार्डनर जो हजे भी जिंदा है। उन्होंने एक बुक पब्लिश की सी फ्रेम्स ऑफ माइंड, जिन्होंने जिहदे विच उन्होंने किहदी गल कीती सी? MI मतलब मल्टीपल इंटैलीजेंस थ्योरी। इन्हां वल्लों दित्ती गई है मल्टीपल इंटैलीजेंस थ्योरी। ठीक है, JP गिलफर्ड जो SOI सिद्धांत के प्रतिपादक सी, मतलब SOI सिद्धांत स्ट्रक्चर ऑफ इंटैलेक्ट सिद्धांत इन्होंने दिता सी। ठीक है, क्यूबिकल मॉडल होंदा है। क्लीयर, 8th क्वेश्चन भी हो गया जी अपना। अगे देखो 9th क्वेश्चन, G तो भाव है जनरल एबिलिटी, S तो भाव है स्पैसीफिक एबिलिटी। स्पैसीफिक एबिलिटी एंड ग्रुप फैक्टर का सिद्धांत किसने दिता? ठीक है जी, ये पूछ रहे आ कि G तो भाव है जनरल एबिलिटी और S तो भाव है स्पैसीफिक एबिलिटी और ग्रुप फैक्टर का सिद्धांत किसने दिता? कि वो स्पीयरमैन ने दिता, कि वो थॉर्नडाइक ने दिता, कि वो कोलर ने दिता? नहीं, ना तो कोलर तो एक गैस्टॉल्टवादी सी। थॉर्नडाइक सी जिहड़े उन्होंने की दिता सी जी? मल्टीपल फैक्टर थ्योरी। मल्टी फैक्टर थ्योरी इन्होंने दिती सी ते जो थॉर्नडाइक ने दिती सी ते जिहड़े हॉवर्ड गार्डनर सी उन्होंने दिती सी मल्टीपल इंटैलीजेंस थ्योरी। तो कन्फ्यूज़ नहीं होना। ठीक है, ये सी जी स्पीयरमैन। स्पीयरमैन ने ही दो, इन्हों दो करके सिद्धांत कहा जाता है, ग्रुप फैक्टर नहीं कहते, इन्हू दो करके सिद्धांत कहते। ठीक है, सॉरी। सो G ते S की गल जी है वो स्पीयरमैन ने की सी। ठीक है, नैक्सट जी 10वां क्वेश्चन, हेठ लिखिया विचों किहड़ा कुल प्रेरक कौशल का उदाहरण नहीं है? प्रेरक कौशल, कुल प्रेरक कौशल हुंदा जी ग्रोस मोटर स्किल। एक होंगे ग्रोस मोटर स्किल, एक होंगे फाइन मोटर स्किल। ग्रोस मोटर स्किल मतलब वड्डे, मतलब अगर आप जिमें दौड़ लगाना, पौड़ियाँ चढ़ना, एक लत्त तक होंगे, मतलब अपनी सारी बॉडी का आप यूज़ कर रहे हैं। ठीक है, दौड़ लगाने उदों अपनी सारी बॉडी चलती है, पौड़ियाँ चढ़ते हैं एक लत्त तक होंगे। ये वड्डी अपनी मांसपेशियां की वड्डियां मांसपेशियां यूज़ होंदियां। पर मोतियां नूं लड़ी विच पिरोना ये फाइन मोटर स्किल है। ये किहड़ी मोटर स्किल है जी? फाइन मोटर स्किल। फाइन स्किल भी कह लो या फाइन मोटर स्किल भी कह लो। ठीक है, मोतियां नूं लड़ी विच पिरोण दे विच तुहानूं की लगेगा? तुहाडा हत्थ दीयां मांसपेशियां जो कि एक छोटियां मोटर स्किल्स है, फाइन मोटर स्किल्स है, वो लगणगियां। बट इन्हां सारियां दे विच कुल प्रेरक कौशल
मतलब ग्रोस मोटर स्किल लगेगी। तो इन्होंने यही पूछा सीगा भी किहड़ा उदाहरण नहीं है, मतलब किहड़ा ग्रोस मोटर स्किल का उदाहरण नहीं है, तो आ मोतियां नूं लड़ी विच पिरोना। समझ आई? ठीक है जी। नैक्सट चलिए अगे 11th क्वेश्चन देखो, डिसलेक्सिया। डिसलेक्सिया होंदा, डिसग्राफिया होंदा, डिसकैलकुलिया होंदा। डिसलेक्सिया होंदा भाषा नाल संबंधित विकार, तो यह लर्निंग डिसेबिलिटी है। ਇਹਦੇ ਨਾਲ ਜਿਹੜਾ ਪੀੜਤ ਬੱਚਾ ਹੁੰਦਾ ਉਹ B ਨੂੰ D ਲਿਖ ਦਿੰਦਾ, 16 ਨੂੰ 61 ਲਿਖ ਦਿੰਦਾ। 3 ਬੱਚੇ ਤੁਹਾਡੀ ਜਮਾਤ ਵਿੱਚ ਭਰਤੀ ਹੁੰਦੇ ਹਨ, मतलब स्पैशल केस ही है, 3 बच्चे डिसलेक्सिया नाल ग्रस्त है, तो थोनों मतलब नहीं पता कि इन्हों किद्दां पढ़ाना, तो तुसी की करोगे एज अ टीचर? उन्होंने विशेष जमात में भर्ती होने लिए आखोगे? नहीं। आपां इत्थे जिहड़ी गल कर रहे हैं वो आपां काहदी गल कर रहे हैं? इनकलूसिव एजुकेशन की। ठीक है, तो आपां उन्होंने विशेष जमात में कदे भी नहीं भेज सकते। मुख अध्यापक तो एक सहायक अध्यापक की मंग करोगे, फिर तुहाडा की फायदा? एज अ टीचर तुसी काम करन जा रहे हो, फिर तुहाडा की फायदा स्कूल दे विच? दूजे बच्चों को उन्होंने लोड़ा संबंधी संवेदनशील बनाओगे, तो उन्होंने पढ़ाने के ढंग सीखोगे। दूजे बच्चों को उन्होंने जड़ियाँ लोड़ है वो संबंधी सेंसिटाइज करोगे, तुम सेंसिटिव बनाओगे कि बच्चे ना तो एक मजाक नहीं उड़ाना, तुम इन्हों समझो। ठीक है, उन्होंने सेंसिटिव बनाओगे तो उन्होंने तुम खुद सीखोगे कि आप किद्दां इन्हां बच्चों नाल डील कर सकते हैं। ठीक है, एज अ टीचर तुम सीखोगे भी मैं मेरी क्लास दे विच बच्चे जिहड़े है वो कुछ स्पैशल केस है डिसलेक्सिया नाल पीड़ित है, तो मैं उन्होंने किद्दां मैनेज कर सकदा, मैं उन्होंने किद्दां पढ़ा सकदा। तो तुसी इहदे लई कोशिश करोगे, ना कि रिसोर्स टीचर मंगोगे या फिर तुसी उन्होंने कहोगे कि तू मतलब दूजे सोर्स परसन कोल जा या फिर विशेष जमात विच भर्ती हो, दूजे स्कूल दे विच जाओ। नहीं, खुद कोशिश करोगे उन्होंने पढ़ाने की, सीखोगे मैथड्स नवे नवे, तो दूजे बच्चों को भी सैंसिटाइज करोगे उन्होंने बच्चों प्रति। ठीक है, उन्होंने प्रति गलत शब्दावली तुसी कदे भी नहीं वरतोगे एज अ टीचर, या फिर एज अ ह्यूमन बीइंग भी थोनों इहो जिहा कुछ कदे नहीं करना चाहिए। अगर बच्चा कोई दृष्टिबाधित है तो एक नवा वर्ड डिसेबल्ड वर्ड उन्होंने वास्ते वरत्या जाता हुण। ठीक है, तुसी वो वर्ड यूज़ करोगे, ना कि उन्होंने कहोगे लूला लंगड़ा या अन्ना। इस इन्हां वर्ड्स नूं यूज़ करन तो परहेज करो। ठीक है, अपना नैक्सट क्वेश्चन है जी 12th। हेठ लिखे विचों किसने बच्चे नूं कोरी स्लेट मन्निया? एक बस ब्लैंक स्लेट है, टैबूला रासा भी इन्हूं बोल दिंदे आ, टैबूला रासा जो कि DSS विच पूछा भी गया। टैबूला रासा ते कोरी स्लेट। ठीक है, ब्लैंक स्लेट तो किने क्या है? जॉन लॉक ने, रूसो ने, डार्विन ने, स्टैनले हॉल ने। स्टैनले हॉल तो नहीं जी, ये गल कहते स्टैनले हॉल ने एक डेफिनेशन दी सी, तुसी वो लिखो अपनी कॉपी ते, अगर तुसी नाल नाल अपने मार्क्स देख रहे हो तो नाल नाल नोट्स बना रहे हो तो। स्टैनले हॉल ने एक डेफिनेशन दी सी, उन्होंने कहा सी कि जो किशोर अवस्था है ना उन्होंने तनाव ते तूफान की अवस्था भी कहा जाता है, क्योंकि वो कई हारमोनस चेंज होंगे, शारीरिक परिवर्तन आते हैं। ठीक है, अपनी ग्रंथियां च रिसाव होंगे, परिवर्तन आते हैं। उस स्टैनले हॉल ने कहा कि जो अडोलसेंस पीरियड है ना वो तनाव ते तूफान की अवस्था है। तो ये जो कोरी स्लेट वाली गल है जॉन लॉक ने कही सी। बेसिकली वो भी बिहेवियरिस्ट ही सीगे जॉन लॉक, तो उन्होंने बच्चों को कोरी स्लेट मन्निया कि जिहदे ते आपां कुछ मर्जी लिखी जाइए बच्चे को कोई फर्क नहीं पैंदा। पर इस गल नूं गलत किहने कहा सी? जीन पियाजे ते होर कंस्ट्रक्टिविज्म ने, कि बच्चे कोरी स्लेट नहीं होंदे, बच्चे इहो जिहे नहीं होंदे, बच्चे खुद निर्माण करते हैं अपने वर्ड का, अपनी नॉलेज में एक्सप्लोर करते हैं, तो टीचर की है फैसिलिटेट करता है बस उन्होंने। ठीक है, अगे देखो जी 13th क्वेश्चन। आज अपने को टोटल 14 क्वेश्चन ही है जी। ठीक है, 14 क्वेश्चन ही है। पियाजे अनुसार मनुख विच ज्ञानमय विकास 4 अवस्थावां विच वापरता है, तो तुहानूं पियाजे दे 4 स्टेजिस बहुत इंपॉर्टेंट है, पता होनी चाहिए। SPCF नाल भी तुसीं जिहड़ी है इहनूं याद रख सकते हो। SPCF सेंसरी मोटर, संवेदी प्रेरक, संवेदी प्रेरक। ठीक है, संवेदी प्रेरक सारिਆਂ ਦੇ ਵਿੱਚ है, पर ये संवेदी प्रेरक नहीं है। फिर है जी P प्री ऑपरेशनल, जिन्हों बोलते हैं पूर्व संक्रियात्मक। फिर है जी कॉन्क्रीट मीनस मूर्त, तो फिर है फॉर्मल। सो B इज़ द या सैकेंड कह लो इज़ द राइट ऑप्शन। जिन्होंने इस PDF के आंसर चाहिए होंगे ना, जो वीडियो देखा करन, क्योंकि एक्सप्लेन किया जाता है प्रॉपर तरीके नाल। कल्ले आंसर नाल तुसी रट्टा लगा के की करोगे? ठीक है, सिर्फ रट्टा ही लगाओगे, समझोगे कदों? ठीक है, लास्ट क्वेश्चन देखो जी अज का अपना, तुसी दसना 14 चो किन्ने मार्क्स आए। समावेशी सिक्ख्या इनकलूसिव एजुकेशन की है, जिहदी अजकल बहुत ज़्यादा डिमांड है। एक चाइल्ड सेंटर्ड एजुकेशन की, एक इनकलूसिव एजुकेशन की। सारे विद्यार्थियों को इक्को जमात के बरादरी में शामिल करना,
ਵੱਖਰੇ ਵੱਖਰੇ ਸਿੱਖਿਆਰਥੀਆਂ ਨੂੰ ਸਿੱਖਿਆ ਰਣਨੀਤੀਆਂ ਨਾਲ ਜਾਣੂ ਕਰਵਾਉਣ ਦਾ ਯਤਨ ਕਰਨਾ, ਜਿਹੜੀ ਉਹਨਾਂ ਤੱਕ ਵਿਅਕਤੀਗਤ ਸਿੱਖਿਆਰਥੀ ਦੇ ਤੌਰ ਤੇ ਪਹੁੰਚਣ। ਸਾਰੇ ਵਿਦਿਆਰਥੀਆਂ ਨੂੰ ਇੰਡੀਵਿਜੂਅਲਾਈਜ਼ਡ ਸਹਾਇਤਾ ਅਤੇ ਸੇਵਾਵਾਂ ਪ੍ਰਦਾਨ ਕਰਨਾ। IEP ਚੱਲਿਆ ਇੱਕ, IEP ਦੀ ਫੁੱਲ ਫਾਰਮ ਵੀ ਲਿਖ ਲਓ, ਇੰਡੀਵਿਜੂਅਲਾਈਜ਼ਡ ਐਜੂਕੇਸ਼ਨ ਪ੍ਰੋਗਰਾਮ। ਤਾਂ ਸਾਰਾ ਹੀ ਉਪਰੋਕਤ ਸਾਰੇ ਮਤਲਬ D ਇਜ਼ ਦਾ ਰਾਈਟ ਆਪਸ਼ਨ, 4th ਇਜ਼ ਦਾ ਰਾਈਟ ਆਪਸ਼ਨ। ਠੀਕ ਹੈ, ਸਾਰੇ ਵਿਦਿਆਰਥੀਆਂ ਨੂੰ ਇੱਕੋ ਜਮਾਤ ਦੇ ਵਿੱਚ ਸ਼ਾਮਿਲ ਕਰਨਾ। ਬਰਾਦਰੀ ਦੇ ਕਹਿਣ ਦਾ ਮਤਲਬ ਹੈ ਵੀ ਇੱਕੋ ਹੀ ਜਮਾਤ ਵਿੱਚ, ਇੱਕੋ ਕਲਾਸ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰਨਾ। ਫਿਰ ਅਲੱਗ-ਅਲੱਗ ਜਿਹੜੇ ਸਟੂਡੈਂਟਸ ਹੈ ਉਹਨਾਂ ਨੂੰ ਸਿੱਖਿਆ ਰਣਨੀਤੀਆਂ ਨਾਲ ਜਾਣੂ ਕਰਾਉਣਾ, ਮਤਲਬ ਵੀ ਤੁਸੀਂ ਟੀਚਿੰਗ ਮੈਥਡਸ ਅਲੱਗ-ਅਲੱਗ ਯੂਜ਼ ਕਰੋਗੇ ਅਲੱਗ-ਅਲੱਗ ਬੱਚਿਆਂ ਵਾਸਤੇ। ਠੀਕ ਹੈ, ਤੁਸੀਂ ਹਰੇਕ ਬੱਚੇ ਦੇ ਇੰਡੀਵਿਜੂਅਲਾਈਜ਼ਡ ਧਿਆਨ ਰੱਖੋਗੇ, ਵਿਅਕਤੀਗਤ ਧਿਆਨ ਰੱਖੋਗੇ ਕਿ ਕਿਹੜਾ ਬੱਚਾ ਕਿੱਥੇ ਪ੍ਰੋਬਲਮ ਫੇਸ ਕਰ ਰਿਹਾ, ਕਿਹੜਾ ਬੱਚਾ ਕਿਸ ਤਰ੍ਹਾਂ ਦਾ। ਫਿਰ ਹੀ ਤੁਸੀਂ ਇੱਕ ਵਧੀਆ ਅਧਿਆਪਕ ਬਣ ਸਕੋਗੇ। ਤੁਹਾਡੀ ਕਲਾਸ ਦੇ ਵਿੱਚ 30 ਤੋਂ ਜ਼ਿਆਦਾ ਬੱਚੇ ਨਹੀਂ ਹੁੰਦੇ ਤੇ 30 ਬੱਚਿਆਂ ਨੂੰ ਤੁਸੀਂ ਜਾਣੋ, ਉਹਨਾਂ ਨੂੰ ਪਹਿਚਾਨੋ ਵੀ ਕਿਹੜੇ ਬੱਚੇ ਔਸਤ ਹੈ, ਕਿਹੜੇ ਬੱਚੇ ਨੂੰ ਕਿਹੜੀ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ ਤੇ ਕਿਹੜੇ ਬੱਚੇ ਬ੍ਰਾਈਟ ਹੈ। ਠੀਕ ਹੈ, ਤੇ ਉਹਨਾਂ ਨੂੰ ਇੰਡੀਵਿਜੂਅਲਾਈਜ਼ਡ ਪ੍ਰੋਗਰਾਮ ਦਿਓ। ਜਿਹੜੇ ਬੱਚੇ ਨੂੰ ਜ਼ਿਆਦਾ ਜ਼ਰੂਰਤ ਹੈ, ਮਤਲਬ ਬਹੁਤ ਵੀਕ ਹੈ, ਉਹਦੇ 'ਤੇ ਐਕਸਟਰਾ ਟਾਈਮ ਲਗਾਓ। ਜਾਂ ਫਿਰ ਦੂਜਿਆਂ ਨਾਲ ਕੀ ਗਰੁੱਪਸ ਬਣਾ ਲਓ, ਹੈਟਰੋਜੀਨੀਅਸ ਹੋਮੋਜੀਨੀਅਸ, ਦੋ ਤਰ੍ਹਾਂ ਦੇ ਗਰੁੱਪ ਬਣਦੇ ਆ, ਗਰੁੱਪਸ ਬਣਾਓ, ਗਰੁੱਪਿੰਗ ਕਰੋ। ਠੀਕ ਹੈ, ਇੱਦਾਂ ਤੋਂ ਤੁਸੀਂ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾ ਸਕਦੇ ਹੋ। ਠੀਕ ਹੈ, ਸੋ ਇਹ ਸੀ ਅੱਜ ਦੇ ਕੁਐਸਚਨ। ਆਊਟ ਆਫ 14 ਕਿੰਨੇ ਮਾਰਕਸ ਬਣੇ, ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਰ ਹਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ। ਸਾਥ ਹੀ ਤੁਸੀਂ ਜਿਹੜਾ ਹੈ ਬੈਲ ਆਈਕਨ ਵੀ ਪ੍ਰੈਸ ਕਰ ਲਿਓ। ਤੇ ਲਰਨ ਮਾਈ ਫੇਸਬੁੱਕ ਪੇਜ ਵੀ ਹੈ, WhatsApp ਗਰੁੱਪ ਵੀ ਹੈ, ਟੈਲੀਗ੍ਰਾਮ ਗਰੁੱਪ ਵੀ ਹੈ, ਜੁਆਇਨ ਕਰ ਸਕਦੇ ਹੋ ਜੀ ਤੁਸੀਂ। ਸੋ ਦਿਸ ਇਜ਼ ਲਰਨ ਮਾਈ ਸਾਈਨਿੰਗ ਆਫ। ਸੋ ਥੈਂਕ ਯੂ ਸੋ ਮਚ।